ਹੁਣ ਸਮਾਜ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਤੇ ਤਾਕਤਵਰ ਧਿਰ ਕੌਣ ਆ? ਉਹਨੂੰ ਕਹਿੰਦੇ ਨੇ ਕਾਰਪੋਰੇਟ। ਤੇ ਕਾਰਪੋਰੇਟ ਦਾ ਕੋਈ ਦੇਸ਼ ਵੀ ਨਹੀਂ ਹੁੰਦਾ, ਕੋਈ ਦੀਨ ਵੀ ਨਹੀਂ ਹੁੰਦਾ, ਕੋਈ ਈਮਾਨ ਵੀ ਨਹੀਂ ਹੁੰਦਾ, ਤੇ ਉਹਨਾਂ ਦਾ ਕੋਈ ਸੋਚ ਵੀ ਨਹੀਂ ਹੁੰਦੀ। ਉਹਨਾਂ ਦਾ ਸੋਚ ਇੱਕੋ ਇੱਕ ਹੁੰਦੀ ਹੈ, ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾਇਆ ਜਾਵੇ। ਜਿੰਨੀਆਂ ਵੀ ਸਰਕਾਰਾਂ ਨੇ, ਸਰਕਾਰਾਂ ਦੇ ਰੰਗ ਰੂਪ ਬਦਲਦੇ ਰਹੇ ਨੇ, ਚਿਹਰੇ ਮੋਹਰੇ ਬਦਲਦੇ ਰਹੇ ਨੇ, ਪੱਗਾਂ ਟੋਪੀਆਂ ਦੇ ਰੰਗ ਬਦਲਦੇ ਰਹੇ ਨੇ, ਪਰ ਕਿਰਦਾਰ ਅੱਗੇ ਨਾਲੋਂ ਵੀ ਵੱਧ ਨਾਲੋਂ ਬਦਤਰ ਹੁੰਦਾ ਰਿਹਾ ਨੇ। ਸ਼ਹਿਰਾਂ 'ਚ ਕਬੂਤਰਖਾਨੇ ਮੈਂ ਉਹਨੂੰ ਕਹਾਂਗਾ ਜਿਹੜੇ ਬਹੁਤ ਮੰਜ਼ਿਲੀ ਇਮਾਰਤਾਂ ਨੇ, ਹੁਣ ਆਕਸੀਜਨ ਲੱਭਦੇ ਉੱਥੋਂ ਜਾ ਕੇ। ਜਿਹੜਾ 50ਵੀਂ ਮੰਜ਼ਿਲ 'ਤੇ ਰਹਿ ਰਿਹਾ ਤੇ ਆਕਸੀਜਨ ਕਿੱਥੋਂ ਲੱਭਣੀ ਆ? ਹੁਣ ਆਕਸੀਜਨ ਦੀ ਬਲੈਕ ਹੋ ਰਹੀ ਆ। ਆਕਸੀਜਨ ਇਹ ਕਦੀ ਸੁਣੀ ਨਹੀਂ ਸੀਗੀ, ਤੇ ਮੈਨੂੰ ਲੱਗਦਾ ਵੀ ਜਦ ਇਹੀ ਹਾਲ ਵਾਤਾਵਰਣ ਦਾ ਰਿਹਾ ਤਾਂ ਆਕਸੀਜਨ ਦਾ ਫਿਰ ਡੱਬੇ ਲੈ ਕੇ ਮੋਢਿਆਂ ਦੇ ਉੱਤੇ ਟੰਗੇ ਹੋਣਗੇ, ਤੇ ਫਿਰ ਹੀ ਉਹ ਬਚਣਗੇ। ਤੇ ਫਿਰ ਉੱਥੇ ਬਲੈਕ ਹੋਊਗੀ, ਜਿਹੜੇ ਕੋਲ ਅਮੀਰ ਹੈ, ਜਿਹਦੇ ਕੋਲ ਪੈਸੇ ਆ, ਉਹ ਖਰਚ ਲੈਣ। ਕਿਸਾਨ ਨੂੰ ਰੱਬ ਤੋਂ ਦੂਜੇ ਥਾਂ ਦੇ ਉੱਤੇ ਦਰਜਾ ਕਿਉਂ ਦਿੱਤਾ ਸੀ? ਕਹਿੰਦੇ ਨੇ ਰੱਬ ਅਕਾਲ ਪੁਰਖ ਵਾਹਿਗੁਰੂ ਦਾ ਕਿਸੇ ਨੇ ਦੇਖਿਆ ਨਹੀਂ ਗਾ, ਪਰ ਕਹਿੰਦੇ ਨੇ ਉਹ ਸਿਰਜਣਾ ਕਰਦਾ, ਪਰ ਪਾਲਦਾ ਕੌਣ ਆ? ਉਹਨਾਂ ਨੂੰ ਖਾਣ ਪੀਣ ਵਾਸਤੇ ਕੌਣ ਦਿੰਦਾ? ਉਹਨਾਂ ਦੇ ਅਨਾਜ, ਉਹਨਾਂ ਦਾ ਸਬਜ਼ੀਆਂ, ਉਹਨਾਂ ਦਾ ਦੁੱਧ, ਉਹਨਾਂ ਦੇ ਹਰ ਸ਼ੈ ਜਿਹੜੀ ਵੀ ਉਹਨਾਂ ਨੂੰ ਜੀਣ ਵਾਸਤੇ ਚਾਹੀਦੀ ਆ, ਕਿਸਾਨ ਪੈਦਾ ਕਰਦਾ ਸੀ। ਦੀ TV NRI ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ। ਅੱਜ ਆਪਾਂ ਗੱਲਬਾਤ ਕਰਾਂਗੇ ਵਾਤਾਵਰਣ ਦੀ। ਇਸ ਵੇਲੇ ਸਾਰਾ ਸੰਸਾਰ ਹੀ ਕਰੋਨਾ ਦੀ ਭਿਆਨਕ ਬਿਮਾਰੀ ਦੇ ਨਾਲ ਜਕੜਿਆ ਹੋਇਆ, ਤੇ ਦੇ ਕੀ ਕਾਰਨ ਨੇ? ਜਿਹੜਾ ਸਾਡਾ ਵਾਤਾਵਰਨ ਆ, ਜਿਸ ਦੇ ਵਿੱਚ ਅਸੀਂ ਸਾਹ ਲੈਣਾ ਹੁੰਦਾ, ਸਾਡੀ ਹਵਾ, ਸਾਡੀ ਧਰਤੀ, ਸਾਡਾ ਪਾਣੀ, ਉਹਨਾਂ ਦੇ ਕੀ ਹਾਲਾਤ ਨੇ? ਕਿਉਂਕਿ ਇਸ ਵੇਲੇ ਜੇ ਸੰਸਾਰ ਦੇ ਮੁੱਦਿਆਂ ਦੀ ਗੱਲਬਾਤ ਕਰ ਲਈਏ, ਸੰਸਾਰ ਦੇ ਹਾਲਾਤਾਂ ਦੀ ਗੱਲਬਾਤ ਕਰ ਲਈਏ, ਰੋਜ਼ ਬਿਮਾਰੀਆਂ ਦੇ ਬਦਲਦੇ ਜਿਹੜੇ ਰੰਗ ਢੰਗ ਨੇ ਉਹਨਾਂ ਦੀ ਗੱਲਬਾਤ ਕਰ ਲਈਏ, ਅਤੇ ਉਹਨਾਂ ਦਾ ਕਾਰਨ ਕਿਤੇ ਨਾ ਕਿਤੇ ਵਾਤਾਵਰਨ ਦਿਖਾਈ ਦੇ ਰਿਹਾ। ਅਤੇ ਸੋ ਇਸ ਵੇਲੇ ਪੰਜਾਬੀ ਸੱਥ ਲਾਂਬੜਾ ਦੇ ਮੁੱਖ ਸੇਵਾਦਾਰ ਡਾਕਟਰ ਨਿਰਮਲ ਸਿੰਘ ਲਾਂਬੜਾ ਜੀ ਸਾਡੇ ਨਾਲ ਹਾਜ਼ਰ ਨੇ, ਜਿਹੜੇ ਇਹਨਾਂ ਵਿਸ਼ਿਆਂ ਦੇ ਮਾਹਿਰ ਨੇ, ਅਤੇ ਆਪਾਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ ਕਿ ਜਿਹੜਾ ਵਾਤਾਵਰਨ ਦਾ ਮੁੱਦਾ ਕਿੰਨਾ ਕੁ ਜ਼ਰੂਰੀ ਹੈ, ਅਤੇ ਕੀ ਕੁਝ ਆਪਾਂ ਨੂੰ ਇਹਦੇ ਵਾਸਤੇ ਕਰਨਾ ਚਾਹੀਦਾ, ਅਤੇ ਕੀ ਸਰਕਾਰਾਂ ਦੇ ਫਰਜ਼ ਬਣਦੇ ਨੇ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ। ਤੁਹਾਡੇ ਰਾਹੀਂ ਤੁਹਾਡੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ, ਸਾਰੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ। ਤੁਸੀਂ ਵਿਸ਼ਾ ਇਹੋ ਜਿਹਾ ਚੁਣਿਆ ਜਿਹੜਾ ਬਹੁਤ ਅਹਿਮ ਹੈ, ਜਿਹਦੇ ਬਾਰੇ ਗੱਲ ਕਰਨ ਤੋਂ ਬਗੈਰ ਹੋਰ ਕੋਈ ਗੱਲਾਂ ਥੋਥੀਆਂ ਨੇ, ਨਿਕੰਮੀਆਂ ਨੇ, ਕੋਈ ਅਰਥ ਨਹੀਂ ਰਹਿ ਜਾਂਦਾ। ਤੁਸੀਂ ਆਪ ਵੀ ਗੱਲ ਜ਼ਿਕਰ ਕਰ ਦਿੱਤਾ ਵੀ ਸੰਸਾਰ ਦੇ ਵਿੱਚ ਇੱਕੋ ਇੱਕ ਮੁੱਦਾ ਵਾਤਾਵਰਨ ਦੀ ਤਬਾਹੀ ਦਾ, ਅਤੇ ਅਫਸੋਸ ਇਸ ਗੱਲ ਦਾ ਸਾਡੀਆਂ ਰਾਜ ਕਰ ਰਹੀਆਂ ਜਮਾਤਾਂ, ਸਾਡੀਆਂ ਸਮਾਜਿਕ ਸੰਸਥਾਵਾਂ, ਸਾਡਾ ਭਾਈਚਾਰਾ, ਸਾਡੇ ਵੱਖੋ ਵੱਖਰੇ ਦੇਸ਼ ਇਹਦੇ ਵੱਲ ਬਹੁਤ ਹੀ ਜ਼ਿਆਦਾ ਅਵੇਸਲੇ ਨੇ। ਸਿਰਫ ਡੰਗ ਟਪਾਈ ਵਾਲੀਆਂ ਗੱਲਾਂ ਹੋ ਰਹੀਆਂ ਨੇ। ਕੋਈ ਇਹਦੇ ਵਾਸਤੇ ਠੋਸ ਵਾਤਾਵਰਨ ਦੀ ਸ਼ੁੱਧੀਕਰਨ ਕਿਵੇਂ ਹੋਵੇ, ਅਤੇ ਇਹਦੇ ਜਿਹੜੇ ਨਤੀਜੇ ਨੇ ਆਪਣੇ ਸਾਹਮਣੇ ਨੇ। ਹੁਣ ਆਹ ਕਰੋਨਾ ਦਾ ਜ਼ਿਕਰ ਤੁਸੀਂ ਕੀਤਾ ਵੀ ਹੈ ਮਾੜਾ ਜਿਹਾ, ਅਤੇ ਕਰੋਨਾ ਜਾਂ ਇਹੋ ਜਿਹੀਆਂ ਮਹਾਂਮਾਰੀਆਂ ਦਾ ਇੱਕੋ ਇੱਕ ਕਾਰਨ ਵਾਤਾਵਰਨ ਦੀ ਤਬਾਹੀ, ਅਤੇ ਵਾਤਾਵਰਨ ਦੇ ਵਿੱਚ ਵੀ ਉਹਨਾਂ ਜੀਵ ਜੰਤੂਆਂ ਦਾ ਸੱਤਿਆਨਾਸ਼ ਕਰਨਾ ਜਿਹੜੇ ਅਲੋਪ ਹੋ ਰਹੇ ਨੇ ਜਾਂ ਜਿਹੜੇ ਅਲੋਪ ਹੋ ਚੁੱਕੇ ਨੇ। ਅਤੇ ਉਹਨਾਂ 'ਚੋਂ ਤੁਹਾਨੂੰ ਪਤਾ ਵੀ ਖਾਣ ਪਾਣ ਸਾਡਾ ਬਦਲ ਗਿਆ, ਰਹਿਣ ਸਹਿਣ ਬਦਲ ਗਿਆ, ਮਨੁੱਖ ਜਿਹੜਾ ਨਿੱਜ ਦੇ ਨਾਲ ਜੁੜ ਗਿਆ, ਉਹ ਸਰਬੱਤ ਦਾ ਜਿਹੜੀ ਸਮਾਜ ਸਾਰਿਆਂ ਨੂੰ ਵੱਡੀ ਸਾਡਾ ਸੰਕਲਪ ਹੈ, ਸਾਡੇ ਤੋਂ ਵੱਡੀ ਸੋਚ ਆ, ਉਹਦੇ ਨਾਲ ਟੁੱਟ ਗਿਆ। ਉਹ ਟੁੱਟ ਕੇ ਜਦੋਂ ਨਿੱਜ ਨਾਲ ਜੁੜ ਜਾਂਦਾ, ਅਤੇ ਨਿੱਜ ਨਾਲ ਜੁੜ ਕੇ ਫਿਰ ਮੁਨਾਫਾ ਜੁੜਿਆ ਹੋਇਆ। ਹੁਣ ਸਮਾਜ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਤੇ ਤਾਕਤਵਰ ਧਿਰ ਕੌਣ ਆ? ਉਹਨੂੰ ਕਹਿੰਦੇ ਨੇ ਕਾਰਪੋਰੇਟ। ਅਤੇ ਕਾਰਪੋਰੇਟ ਦਾ ਕੋਈ ਦੇਸ਼ ਵੀ ਨਹੀਂ ਹੁੰਦਾ, ਕੋਈ ਦੀਨ ਵੀ ਨਹੀਂ ਹੁੰਦਾ, ਕੋਈ ਈਮਾਨ ਵੀ ਨਹੀਂ ਹੁੰਦਾ, ਅਤੇ ਉਹਨਾਂ ਦਾ ਕੋਈ ਸੋਚ ਵੀ ਨਹੀਂ ਹੁੰਦੀ। ਉਹਨਾਂ ਦਾ ਸੋਚ ਇੱਕੋ ਇੱਕ ਹੁੰਦੀ ਹੈ, ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾਇਆ ਜਾਵੇ। ਹੁਣ ਇਹ ਕਰੋਨੇ ਦੇ ਵਿੱਚ ਜ਼ਿਕਰ ਕਰ ਲਈਏ ਤਾਂ ਕਰੋਨਾ ਪਹਿਲਾਂ ਇੱਕ ਮੁਲਕ 'ਚੋਂ ਸ਼ੁਰੂ ਹੋਇਆ ਸੀ। ਕਮਾਲ ਦੀ ਗੱਲ ਇਹ ਆ ਵੀ ਇੰਨਾ ਛੋਟਾ ਜੀਵ ਜਿਹੜਾ ਨੰਗੀ ਅੱਖ ਨਾਲ ਤਾਂ ਦੇਖਿਆ ਨਹੀਂ ਜਾ ਸਕਦਾ, ਦੇਖਣ ਵਾਸਤੇ ਵੀ ਸਾਨੂੰ ਬਹੁਤ ਇਹੋ ਜਿਹੇ ਸੰਦ ਚਾਹੀਦੇ ਨੇ, ਦੂਰਬੀਨਾਂ ਚਾਹੀਦੀਆਂ ਨੇ, ਲੈਬੋਰਟਰੀਆਂ ਚਾਹੀਦੀਆਂ ਨੇ, ਜਿੱਥੇ ਅਸੀਂ ਇਹਨੂੰ ਪਛਾਣ ਸਕੀਏ। ਅਤੇ ਇੱਥੇ ਕਦੇ ਕਦੇ ਸਵਾਲ ਉੱਠਦਾ ਹੈ ਵੀ ਮਨੁੱਖ ਨੇ ਤਰੱਕੀ ਦੇ ਨਾਂ ਦੇ ਉੱਤੇ ਤਬਾਹੀ ਕਿੰਨੀ ਕੀਤੀ ਆ, ਅਤੇ ਤਰੱਕੀ ਦੇ ਅਰਥ ਕੀ ਰਹਿ ਜਾਂਦੇ ਆ, ਜਦੋਂ ਇੱਕ ਇਸ ਛੋਟੇ ਜਿਹੇ ਜੀਵ ਨੇ ਸਾਰੀ ਦੁਨੀਆ ਨੂੰ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ। ਸਾਰਾ ਹਰ ਪਾਸੇ ਕੜਮਾਸ ਮਚੀ ਹੋਈ ਆ, ਸਾਰੀਆਂ ਸੰਸਥਾਵਾਂ ਫੇਲ ਹੋ ਚੁੱਕੀਆਂ ਨੇ, ਸਰਕਾਰਾਂ ਢਹਿ ਢੇਰੀ ਹੋ ਰਹੀਆਂ ਨੇ ਜਾਂ ਝੂਠ ਬੋਲ ਰਹੀਆਂ ਨੇ।
तो सो वातावरण की तबाही का जोड़ा मुद्दा है ये हुण तुसीं आप जिक्र किया तीन मुख मसले होंदे ने रुख जंगल पानी धरती हवा ये सारिया जिन्नियां चीज़ां ने ये सारिया मनुख ने गंदलियां पलीत बदबूदार प्रदूषित ਜਾਂ ਇਹ ਕਹਿ ਰਹੀ है भी साह लैण ਦੇ जोगे है ही नहीं गया। ਵੱਡੇ ਵੱਡੇ शहर उसार ले ਵੱਡੇ ਵੱਡੇ कबूतरखाने शहरों के कबूतरखाने मैं उन्होंने कहांगा जो बहुत बहुत मंजिली इमारतां ने हुण ऑक्सीजन लभदे उत्थों जाके जिहड़ा 50वीं मंजिल ते रह रहा तो ऑक्सीजन कित्थों लभणी आ। तो जिहड़ा मतलब शहरों के विच इहो जिहियां कलोनियां जो महानगर जिन्होंने आपां कहने आ वो एक पासे महानगर आ तो दूजे पासे बहुत वड्डी गिणती दे विच उत्थे लोग घुरनियां च मतलब बहुत झोंपड़ियां च बहुत ही भैड़ियां हालतां च रह रहे हैं। जिवें मिसाल लईए बंबई दी बंबई दे विच एक ध्रुवी नां दी थां हैगी आ ते वो बस्ती आ छोटी जी बस्ती आ ते बंबई महानगर है। सानूं चकाचौंध दीयां खबरां तो बहुत मिलदियां ने ते ध्रुवी दा जिक्र बहुत घट मिलदा है। ते सारिआं नालों वध बीमारी का कारण वो लोग ने जिन्हें उसारी करते हैं ਜਿਹੜੇ ਸਾਨੂੰ ਸਾਰਿਆਂ ਨੂੰ रोटी ਦਿੰਦੇ ਨੇ ਸਾਰੇ संसार जिन्हां ਦੇ सिर ते ਚੱਲਦਾ है। इवें किसान ले लो सानूं पंजाबी आपां सानूं किसानी जीवन का पता तो किसानी जीवन की जे गल करें तुहानूं थोड़ा घट पता होना मेरी उम्र तो उत्थों वड्डी आ। तो 1947 वेले पंजाब का वातावरण बहुत ही ज़्यादा शुद्ध हुंदा सी। पंजाब दे विच दुੱਧ दीयां नहरां ते लहरां ते बहरां सीगीआं लहरां बहरां हर शहर की अपनी एक वक्री पछाण सी। ਅੰਮ੍ਰਿਤਸਰ ਦੇ ਵਿੱਚ ਜਾਈਏ ਇੰਨਾ ਦੁੱਧ ਮਿਲਦਾ ਸੀ। ਸਾਰਾ ਸ਼ਹਿਰ ਪਟਿਆਲਾ ਬਹੁਤ ਬਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਕਿਸੇ ਵੀ ਸ਼ਹਿਰ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਸੀ। ਜਿਉਂ-ਜਿਉਂ ਅਖੌਤੀ ਤੌਰ 'ਤੇ ਸਨਅਤੀਕਰਨ ਹੋਇਆ ਸ਼ਹਿਰੀਕਰਨ ਹੋਇਆ ਜਿਹੜਾ ਖੇਤੀ ਦਾ ਮਸ਼ੀਨੀਕਰਨ ਹੋਇਆ ਇਹ ਤਿੰਨੇ ਹੀ ਕਾਰਨਾਂ ਨੇ ਸਾਡੀ ਮਤਲਬ ਵਾਤਾਵਰਣ ਦਾ ਇਹੀ ਤਹੀ ਫੇਰ ਦਿੱਤੀ। ਅਤੇ ਉਹ ਦੇਖਿਆ ਨਹੀਂ ਗਿਆ ਅੱਜ ਦੀਆਂ ਅਖਬਾਰਾਂ 'ਚ ਸ਼ਾਇਦ ਤੁਸੀਂ ਪੜ੍ਹਿਆ ਹੋਣਾ ਵੀ ਪੰਜਾਬ ਦੇ ਵਿੱਚ ਜਿਹੜੀ ਸ਼ਾਮਲਾਤ ਜ਼ਮੀਨਾਂ ਸੀਗੀਆਂ ਉਹ ਹੜੱਪੀਆਂ ਕਿਵੇਂ ਗਈਆਂ ਨੇ। ਹਜ਼ਾਰਾਂ ਏਕੜ ਨਹੀਂ ਗੀ ਲੱਖਾਂ ਏਕੜ ਕਈ ਲੱਖ ਏਕੜ ਜ਼ਮੀਨ ਕਿਹਨੇ ਹੜੱਪ ਲਈ ਜਿਹੜੇ ਬਾਰਸੂਖ ਬੰਦੇ ਸੀਗੇ ਜਿਨ੍ਹਾਂ ਨੇ ਉੱਥੇ ਕੀ ਬਣਾਤੀਆਂ ਕਿਸੇ ਨੇ ਹੋਟਲ ਬਣਾ ਦਿੱਤਾ ਕਿਸੇ ਨੇ ਉੱਥੇ ਬਹੁਤ ਵੱਡਾ ਕੋਈ ਹੋਰ ਮਾਲ ਬਣਾ ਦਿੱਤਾ ਕਿਸੇ ਨੇ ਕੋਈ ਇਹੋ ਜਿਹੀ ਉਸਾਰੀ ਕਰਕੇ ਕੋਈ ਕਲੋਨੀ ਕੱਟ ਕੇ ਤੇ ਮੁਨਾਫਾ ਕਮਾਇਆ। ਤੇ ਪਹਾੜਾਂ ਦੀ ਹਾਲਤ ਲੈ ਲਓ ਹੁਣ ਪਹਾੜਾਂ ਦੇ ਵਿੱਚ ਉਹ ਇਹ ਖਬਰ ਤਾਂ ਆ ਜਾਂਦੀ ਆ ਵੀ ਉੱਥੇ ਉੱਤਰਾਖੰਡ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਬਹੁਤ ਵੱਡਾ ਹੜ੍ਹ ਆ ਗਿਆ। ਇੱਕ ਨਵਾਂ ਨਾਂ ਰੱਖਿਆ ਬੱਦਲ ਫਟ ਗਿਆ। ਬੱਦਲ ਕਿਵੇਂ ਫਟਣਾ ਜਦੋਂ ਉਹ ਪਹਾੜਾਂ ਦੇ ਵਿੱਚ ਜਿਹੜੀ ਮਿੱਟੀ ਸੀ ਉਹ ਜਕੜ ਕੇ ਰੱਖਦੀ ਸੀ ਉੱਥੋਂ ਵਾਲੇ ਰੁੱਖ ਉਹ ਪੱਕੀ ਮਿੱਟੀ ਸੀਗੀ ਪਾਣੀ ਵਗਦਾ ਹੁੰਦਾ ਸੀਗਾ। ਸਾਡੇ ਪੰਜਾਬ ਦੇ ਦਰਿਆ ਉੱਥੋਂ ਹੀ ਆਉਂਦੇ ਸੀ ਸਾਰੇ। ਉਹ ਪਾਣੀ 'ਚ ਖਾਸ ਕਰਕੇ ਖੁਰਾਕੀ ਤੱਤ ਜਿਹੜੇ ਜ਼ਮੀਨ ਵਾਸਤੇ ਉਪਜਾਊ ਬਣਾਉਂਦੇ ਸੀ ਜ਼ਮੀਨਾਂ ਨੂੰ ਉਹ ਵੀ ਨਾਲ ਹੀ ਰੁੜ ਕੇ ਆ ਜਾਂਦੇ ਸੀ। ਇਹਨਾਂ ਨੇ ਪਹਾੜਾਂ ਦੇ ਵਿੱਚ ਵਿਕਾਸ ਦੇ ਨਾਂ ਦੇ ਉੱਤੇ ਵੱਡੀਆਂ ਵੱਡੀਆਂ 6 ਲਾਈਨਾਂ ਵਾਲੀਆਂ ਸੜਕਾਂ ਵੱਡੇ ਵੱਡੇ ਹੋਟਲ ਵੱਡੇ ਵੱਡੇ ਇਹੋ ਜਿਹੇ ਉਦਯੋਗ ਜਿਵੇਂ ਸੀਮੈਂਟ ਦਾ ਉਦਯੋਗ ਆ ਜਿਵੇਂ ਬਿਜਲੀ ਘਰ ਨੇ ਸੁਰੰਗਾਂ ਪਹਾੜਾਂ ਦੇ ਵਿੱਚ ਉਹਨਾਂ ਨੂੰ ਇੰਨੇ ਪੋਲੇ ਕਰ ਦਿੱਤਾ ਇੰਨੇ ਜਰਜਰੇ ਬੋਦੇ ਨਿਕੰਮੇ ਕਰ ਦਿੱਤਾ। ਅਤੇ ਹੁਣ ਜਦੋਂ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਤਾਂ ਅਕਸਰ ਹੜ੍ਹ ਆ ਜਾਂਦਾ। ਫਿਰ ਇਹਨਾਂ ਦਾ ਬਣਿਆ ਬਣਾਇਆ ਬਿਜਲੀ ਘਰ ਵੀ ਰੋੜ ਕੇ ਲੈ ਜਾਂਦਾ। ਫਿਰ ਉੱਥੇ ਹਾਸਾ ਆਉਂਦਾ ਹੈ ਵੀ ਇਹ ਕਿਹੜੀ ਗੱਲ ਆ। ਅਤੇ ਹੁਣ ਜਿਹੜਾ ਆ ਕੱਲ੍ਹ ਪਰਸੋਂ ਦੀ ਤੁਹਾਨੂੰ ਪਤਾ ਹੀ ਹੈ ਇਹਨਾਂ ਦਿਨਾਂ 'ਚ ਜਿਹੜਾ ਬੰਬਈ ਦੇ ਵਿੱਚ ਇੱਥੇ ਆਪਣੇ ਤੂਫਾਨ ਆਇਆ ਜਿਹਨੇ ਅਰਬ ਸਾਗਰ ਦੇ ਨਾਲ ਨਾਲ ਲੱਗਦੇ ਜਿਹੜੇ ਸਾਡੇ ਖਿੱਤੇ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਖਾਸ ਕਰਕੇ ਗੋਆ 'ਚ ਕੇਰਲਾ 'ਚ ਕਰਨਾਟਕਾ 'ਚ ਮਹਾਰਾਸ਼ਟਰ 'ਚ ਗੁਜਰਾਤ 'ਚ ਅਤੇ ਗੁਜਰਾਤ ਤੋਂ ਵੀ ਗਾਂਹ ਰਾਜਸਥਾਨ ਤੀਕਰ ਉਹਨੇ ਕਿੰਨੀ ਤਬਾਹੀ ਮਚਾਈ ਆ। ਕਿਉਂ ਆਇਆ ਪਿਛਲੇ ਸਮੇਂ 'ਚ ਕਹਿੰਦੇ ਨੇ ਥੋੜ੍ਹੇ ਜਿਹੇ ਮਹੀਨਿਆਂ ਦੇ ਵਿੱਚ ਹੀ ਅਮਰੀਕਾ 'ਚ ਇੰਨੇ ਕੁ ਤੂਫਾਨ ਆਇਆ ਇਤਿਹਾਸ ਦੇ ਵਿੱਚ ਕਦੇ ਨਹੀਂ ਆਏ। ਇਹਨਾਂ ਦਾ ਕਾਰਨ ਕੀ ਆ ਆਲਮੀ ਤਪਸ਼ ਵਾਤਾਵਰਣ ਦਾ ਵਿਗਾੜ ਅਤੇ ਮਨੁੱਖ ਦੀਆਂ ਕਾਲੀਆਂ ਕਰਤੂਤਾਂ ਉਹਨਾਂ ਦਾ ਸਿੱਟਾ ਅਤੇ ਭੁਗਤ ਰਹੇ ਹਾਂ। ਹੁਣ ਮੌਤਾਂ ਜਿਹੜੀਆਂ ਸੀ ਇੱਕ ਤਾਂ ਹੁੰਦੇ ਨੇ ਕੁਦਰਤੀ ਮੌਤ ਚਲੋ ਜੋ ਆਇਆ ਸੋ ਬਿਨ ਸੀ ਸਾਰਿਆਂ ਨੇ ਮਰਨਾ ਹੀ ਹੁੰਦਾ ਉਹ ਵੱਖਰੀ ਗੱਲ ਹੈ। ਪਰ ਜਿਹੜੇ ਢੰਗ ਨਾਲ ਲੋਕ ਮਰ ਰਹੇ ਨੇ ਹੁਣ ਆਕਸੀਜਨ ਦੀ ਬਲੈਕ ਹੋ ਰਹੀ ਆ। ਆਕਸੀਜਨ ਇਹ ਕਦੀ ਸੁਣੀ ਨਹੀਂ ਸੀਗੀ ਅਤੇ ਮੈਨੂੰ ਲੱਗਦਾ ਵੀ ਜਦ ਇਹੀ ਹਾਲ ਵਾਤਾਵਰਣ ਦਾ ਰਿਹਾ ਤਾਂ ਆਕਸੀਜਨ ਦਾ ਫਿਰ ਡੱਬੇ ਲੈ ਕੇ ਮੋਢਿਆਂ ਦੇ ਉੱਤੇ ਟੰਗੇ ਹੋਣਗੇ ਅਤੇ ਫਿਰ ਹੀ ਉਹ ਬਚਣਗੇ ਅਤੇ ਫਿਰ ਉੱਥੇ ਬਲੈਕ ਹੋਊਗੀ ਜਿਹੜੇ ਕੋਲ ਅਮੀਰ ਹੈ ਜਿਹਦੇ ਕੋਲ ਪੈਸੇ ਆ ਉਹ ਖਰਚ ਲੈਣ ਪਰ ਉਹ ਵੀ ਕਿੰਨੀ ਕੁ ਦੇਰ ਬਚਣਗੇ ਨਹੀਂ ਬਚ ਸਕਣਗੇ। ਅਤੇ ਇਹ ਵਾਤਾਵਰਣ ਦਾ ਜਿਹੜਾ ਮੁੱਦਾ ਹੈ ਇਹ ਬਹੁਤ ਗੈਰ ਗੰਭੀਰ ਹੈ। ਪਾਣੀ ਤਾਂ ਮੁੱਕ ਹੀ ਰਿਹਾ। ਪੰਜਾਬ ਬਾਰੇ ਅਕਸਰ ਜ਼ਿਕਰ ਆਉਂਦਾ ਇਹ ਜ਼ਿਮੀਂਦਾਰਾਂ ਨੇ ਜੀ ਝੋਨਾ ਲਾ ਕੇ ਅਤੇ ਪਾਣੀ ਮੁਕਾ ਦਿੱਤਾ
ਜ਼ਿਮੀਂਦਾਰ ਤਾਂ ਝੋਨਾ ਲਾਉਣ ਦੇ, ਕਿਉਂਕਿ ਪੰਜਾਬ ਦੀ ਫਸਲ ਨਹੀਂ ਸੀ ਝੋਨਾ, ਲਾਉਂਦੇ ਨਹੀਂ ਸੀ। ਸਰਕਾਰਾਂ ਨੇ ਇਹਨਾਂ ਕੋਲੋਂ ਲਗਵਾਇਆ ਅਤੇ ਉਹਨਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਵਾਸਤੇ ਫਿਰ ਇਹ ਪ੍ਰਚਾਰ ਇਹ ਕੀਤਾ ਜਾਂਦਾ ਹੁੰਦਾ ਵੀ ਆਬਾਦੀ ਬਹੁਤ ਆ, ਆਬਾਦੀ ਨੂੰ ਖਾਣਾ ਕਿੱਥੋਂ ਦੇਣਾ। ਜੇ ਖਾਣਾ ਦੇਣ ਵਾਸਤੇ ਪਹਿਲਾਂ ਕੋਈ ਯੋਜਨਾਬੰਦੀ ਹੁੰਦੀ, ਜੇ ਕੋਈ ਆਬਾਦੀ ਵਧਣ ਨਹੀਂ ਕਿਵੇਂ ਘੱਟ ਮਤਲਬ ਕਾਬੂ 'ਚ ਕਿਵੇਂ ਰੱਖਣੀ ਆ, ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਦੇ ਨਾਂ 'ਤੇ ਪੈਸੇ ਖਾ ਲਏ। ਮੈਂ ਮੈਡੀਕਲ ਕਾਲਜ 'ਚ ਪੜ੍ਹਦਾ ਹੁੰਦਾ ਸੀ, ਮੈਨੂੰ ਹੁਣ ਤੱਕ ਯਾਦ ਹੈ, ਪਟਿਆਲੇ ਉਦੋਂ ਆਬਾਦੀ ਸਾਡੀ ਹੁੰਦੀ ਸੀ 55 ਕਰੋੜ, ਅਤੇ ਸਾਡਾ ਪ੍ਰੋਫੈਸਰ ਸਾਨੂੰ ਪੜ੍ਹਾਉਂਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਆ, ਇੰਨੀ ਆਬਾਦੀ ਸਾਡਾ ਮੁਲਕ ਝੱਲ ਨਹੀਂ ਸਕੂਗਾ। ਅਤੇ ਜਦੋਂ ਹੁਣ ਝਾਤੀ ਮਾਰੀ ਦੀ ਆ ਵੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ 60 ਕੁ ਸਾਲ ਦੇ ਸਮੇਂ 'ਚ ਆਬਾਦੀ ਹੋ ਗਈ 135 ਕਰੋੜ, ਅਤੇ ਕਿਵੇਂ ਹੋਊਗਾ ਇਹ? ਫਿਰ ਸਰਕਾਰਾਂ ਕੋਲ ਹੱਲ ਕੋਈ ਨਹੀਂ ਗਾ, ਸਿਰਫ ਭਾਸ਼ਣ, ਸਿਰਫ ਵਿਖਾਵਾ, ਸਿਰਫ ਨਾਂ ਦੀ ਯੋਜਨਾਬੰਦੀ। ਗੱਲ ਜਿਵੇਂ ਹੁਣ ਕਰੋਨਾ ਦੀ ਮੈਂ ਗੱਲ ਕਰਕੇ ਹਟਿਆ, ਹੁਣ ਕਰੋਨਾ ਕਿਵੇਂ ਕਹਿੰਦੇ ਵੈਕਸੀਨੇਸ਼ਨ ਲਗਵਾਓ, ਜਦੋਂ ਵੈਕਸੀਨ ਹੀ ਹੈ ਨਹੀਂ ਅਤੇ ਵੈਕਸੀਨ ਕਿਸ ਤੋਂ ਲੱਗਣੀ ਆ? ਆਕਸੀਜਨ ਲਿਆਓ, ਉਹ ਗੱਡੀ ਚੱਲੀ ਹੋਈ ਆ, ਉੱਥੋਂ ਤੁਰ ਕੇ ਆ ਰਹੀ ਆ ਹੈ, ਅਤੇ ਆਕਸੀਜਨ 'ਚ ਤੁਸੀਂ ਰੁੱਖ ਹੀ ਵੱਢਤੇ ਸਾਰੇ, ਅਤੇ ਕਿੰਨੀ ਕੁ ਦੇਰ ਇਸ ਤਰ੍ਹਾਂ ਚੱਲੂਗਾ ਕੰਮ? ਸੋ ਉਹ ਜਿਹੜਾ ਹੁਣ ਤੱਕ ਵਰਤਾਰੇ ਆ, ਜਿਹੜੀਆਂ ਸਾਡੀਆਂ ਰਾਜ ਕਰ ਰਹੀਆਂ ਜਮਾਤਾਂ ਨੇ, ਇੱਥੇ ਸਾਨੂੰ ਸੋਚਣਾ ਬਣਦਾ। ਹੁਣ ਆਖਰ 'ਚ ਮੈਂ ਇੱਕੋ ਹੀ ਗੱਲ ਬਹੁਤ ਮਹੱਤਵਪੂਰਨ ਹੈ ਵੀ ਰਾਜਿਆਂ ਨੇ ਤਾਂ ਰਾਜ ਕਰਨਾ ਹੁੰਦਾ, ਕੋਈ ਸਰਕਾਰ ਹੋਵੇ। ਬਾਦਸ਼ਾਹ ਆਪਣੇ ਵੇਲੇ 'ਚ ਆਪਣਾ ਵਾਜਾ ਵਜਾ ਕੇ ਚਲੇ ਗਏ, ਹੁਣ ਅਖੌਤੀ ਲੋਕ ਰਾਜ ਆ ਗਿਆ। ਲੋਕ ਰਾਜ ਅਸਲ 'ਚ ਲੋਕਾਂ ਦਾ ਰਾਜ ਤਾਂ ਹੈ ਹੀ ਨਹੀਂ, ਇਹਦੇ ਵਿੱਚ ਵੀ ਉਹਨਾਂ ਦਾ ਹੀ ਰਾਜ ਹੈ। ਜਿਹਦੇ ਕੋਲ ਸਾਧਨ ਨੇ, ਜਿਹਦੇ ਕੋਲ ਸੋਮਿਆਂ ਦੇ ਉੱਤੇ ਕਬਜ਼ਾ ਹੋ ਗਿਆ, ਉਹ ਉਹਨਾਂ ਦਾ ਰਾਜ ਆ। ਅਤੇ ਆਹ ਸਾਡਾ ਕਿਰਸਾਨੀ ਅੰਦੋਲਨ ਲੈ ਲਓ, ਹੁਣ ਇੱਕੋ ਇੱਕ ਸਾਡਾ ਕਸਬ ਬਚਿਆ ਸੀ ਕਿਰਸਾਨੀ ਦਾ। ਕਿਸਾਨ ਨੂੰ ਰੱਬ ਤੋਂ ਦੂਜੇ ਥਾਂ ਦੇ ਉੱਤੇ ਦਰਜਾ ਕਿਉਂ ਦਿੱਤਾ ਸੀਗਾ? ਕਹਿੰਦੇ ਨੇ ਰੱਬ ਅਕਾਲ ਪੁਰਖ ਵਾਹਿਗੁਰੂ ਦਾ ਕਿਸੇ ਨੇ ਦੇਖਿਆ ਨਹੀਂ ਗਾ, ਪਰ ਕਹਿੰਦੇ ਨੇ ਉਹ ਸਿਰਜਣਾ ਕਰਦਾ, ਪਰ ਪਾਲਦਾ ਕੌਣ ਆ? ਉਹਨਾਂ ਨੂੰ ਖਾਣ ਪੀਣ ਵਾਸਤੇ ਕੌਣ ਦਿੰਦਾ? ਉਹਨਾਂ ਦੇ ਅਨਾਜ, ਉਹਨਾਂ ਦਾ ਸਬਜ਼ੀਆਂ, ਉਹਨਾਂ ਦਾ ਦੁੱਧ, ਉਹਨਾਂ ਦੇ ਹਰ ਸ਼ੈ ਜਿਹੜੀ ਵੀ ਉਹਨਾਂ ਨੂੰ ਜੀਣ ਵਾਸਤੇ ਚਾਹੀਦੀ ਆ, ਕਿਸਾਨ ਪੈਦਾ ਕਰਦਾ ਸੀ। ਅਤੇ ਹੁਣ ਆਹ ਤੁਸੀਂ ਸੁਣਿਆ ਹੋਣਾ, ਤੁਸੀਂ ਪੜ੍ਹਦੇ ਆਪਾਂ ਰੋਜ਼ ਹੀ ਖਬਰ ਆਉਂਦੀ ਆ, ਇੰਨੇ ਮਤਲਬ ਅਸੀਂ ਕਣਕ ਚੁੱਕ ਲਈ ਹੈ ਸਰਕਾਰ ਨੇ, FCI ਨੇ ਇੰਨੇ ਕਰੋੜ, ਇੰਨੇ ਹਜ਼ਾਰ ਕਰੋੜ ਰੁਪਈਆ ਕਿਸਾਨਾਂ ਦੇ ਖਾਤੇ 'ਚ ਪਾ ਦਿੱਤਾ, ਅਤੇ ਉਹਨਾਂ ਨੂੰ ਇੰਨਾ ਲਾਭ ਹੋਇਆ ਹੈ। ਹੁਣ ਜੇ ਮੈਂ ਇੱਕ ਸ਼ਬਦ ਕਹਾਂ ਹੈ ਭੈੜਾ ਉਹ ਫਿੱਟੇ ਮੂੰਹ, ਉਹਨਾਂ ਨੂੰ ਲਾਭ ਕਿਹੜੇ ਢੰਗ ਨਾਲ ਹੋਇਆ? ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਤੁਸੀਂ ਖਰੀਦਿਆ, ਅਤੇ ਉਹਦਾ ਮਿਨੀਮਮ ਤੋਂ ਮਤਲਬ ਉਹਦਾ ਘੱਟ ਤੋਂ ਘੱਟ ਕੀਮਤ 'ਤੇ, ਉਹਨਾਂ ਦਾ ਲਾਗਤ ਮੁੱਲ ਵੀ ਨਹੀਂ ਮੁੜਿਆ। ਅਤੇ ਫਿਰ ਤੁਸੀਂ ਇਹ ਡੀਂਗ ਮਾਰ ਰਹੇ ਹੋ ਵੀ ਤੁਸੀਂ ਉਹਨਾਂ ਨੂੰ ਮਤਲਬ ਲਾਭ ਦਿਵਾਉਣ ਦੇ ਵਿੱਚ ਤੁਹਾਡੀ ਬੜੀ ਭੂਮਿਕਾ ਮੋਹਰੀ ਆ। ਜਿੰਨੀਆਂ ਵੀ ਸਰਕਾਰਾਂ ਨੇ, ਸਰਕਾਰਾਂ ਦੇ ਰੰਗ ਰੂਪ ਬਦਲਦੇ ਰਹੇ ਨੇ, ਚਿਹਰੇ ਮੋਹਰੇ ਬਦਲਦੇ ਰਹੇ ਨੇ, ਪੱਗਾਂ ਟੋਪੀਆਂ ਦੇ ਰੰਗ ਬਦਲਦੇ ਰਹੇ ਨੇ, ਪਰ ਕਿਰਦਾਰ ਅੱਗੇ ਨਾਲੋਂ ਵੀ ਵੱਧ ਨਾਲੋਂ ਬਦਤਰ ਹੁੰਦਾ ਰਿਹਾ। ਹੁਣ ਰੋਜ਼ ਖਬਰਾਂ ਸੁਣਦੇ ਹਾਂ, ਗੈਂਗਸਟਰ ਇੱਕ ਨਵਾਂ ਹੀ ਸ਼ਬਦ ਚੱਲਿਆ। ਅੱਗੇ ਸਾਰੇ ਇਲਾਕੇ 'ਚ ਇੱਕ ਅੱਧਾ ਬਦਮਾਸ਼ ਹੁੰਦਾ ਸੀ, ਅਤੇ ਹੁਣ ਸਾਰਿਆਂ ਨੂੰ ਪਤਾ ਹੁੰਦਾ ਸੀ। ਹੁਣ ਹਰ ਥਾਂ, ਹਰ ਪਿੰਡ 'ਚ, ਹਰ ਮੁਹੱਲੇ 'ਚ, ਹਰ ਗਲੀ 'ਚ ਇਹ ਰਾਜ ਹੀ ਉਹਨਾਂ ਦਾ। ਉਹ ਕਿਵੇਂ ਪਨਪੇ, ਕਿਵੇਂ ਵਧੇ ਫੁੱਲੇ, ਕਿਹਨੇ ਵਧਾਏ? ਜਿਹੜੀ ਵਾਤਾਵਰਣ ਦੀ ਤਬਾਹੀ ਆ, ਉਹਦੇ ਵਿੱਚ ਵੀ ਕੀ ਰੇਤਾ ਕੱਢ ਲਓ, ਰੇਤ ਮਾਫੀਆ, ਭੂ ਮਾਫੀਆ, ਜੰਗਲ ਮਾਫੀਆ, ਕੋਈ ਲੈ ਲਓ, ਜਿੱਥੇ ਵਾਤਾਵਰਣ ਨੂੰ ਤਬਾਹ ਕਰਕੇ, ਕੁਦਰਤ ਦੇ ਸੋਮਿਆਂ ਨੂੰ ਲੁੱਟ ਕੇ ਆਪਣੇ ਨਿੱਜ ਵਾਸਤੇ ਵਰਤਣਾ। ਅਤੇ ਜਦੋਂ ਨਿੱਜ ਵਾਸਤੇ ਪੈਸੇ ਤੁਹਾਡੇ ਕੋਲ ਆ ਜਾਂਦੇ ਨੇ, ਫਿਰ ਮਾਇਆ ਤਾਂ ਮੱਤ ਮਾਰ ਹੀ ਲੈਂਦੀ ਆ, ਅਤੇ ਮਾਇਆ ਨੇ ਮੱਤ ਮਾਰ ਦਿੱਤੀ ਆ। ਹੁਣ ਪਿਛਲੀਆਂ ਸਰਕਾਰਾਂ ਵੇਲੇ ਵੀ ਸੁਣਦੇ ਸੀ ਜੇ ਪੰਜਾਬ 'ਤੇ ਕੇਂਦਰਿਤ ਹੋਈਏ ਬਈ ਉਹ ਇੱਕ ਦੂਜੇ ਤੋਂ ਦੋਸ਼ ਲਾਏ ਜਾਂਦੇ ਨੇ, ਜਿਸ ਤਰ੍ਹਾਂ ਸਾਡੀਆਂ ਬੀਬੀਆਂ ਭੈਣਾਂ ਲੜਦੀਆਂ ਮਿਹਣੋ ਮਿਹਣੀ ਹੁੰਦੀਆਂ ਨੇ ਨਾ, ਇਸੇ ਤਰ੍ਹਾਂ ਦੀਆਂ ਲਗਭਗ ਸਰਕਾਰਾਂ ਦਾ ਹਾਲ ਹੋ ਗਿਆ। ਅਤੇ ਇਹ ਹੱਲ ਕਰਨ ਦੀ ਬਜਾਏ ਲੋਕਾਂ ਦੇ ਸਿਰ ਸੁੱਟੀ ਜਾਂਦੇ ਨੇ। ਅਤੇ ਜਿੰਨੇ ਖਬਰਾਂ ਆ ਰਹੀਆਂ ਨੇ, ਜਿੰਨੇ ਅਖਬਾਰਾਂ 'ਚ ਆ ਰਹੇ ਨੇ, ਅਖੌਤੀ ਬੁੱਧੀਜੀਵੀ ਵਰਗ ਦੀ ਗੱਲ ਕਰ ਲਓ। ਬੁੱਧੀਜੀਵੀ ਲੇਖ ਲਿਖ ਸਕਦਾ, ਬੁੱਧੀਜੀਵੀ ਭਾਸ਼ਣ ਦੇ ਸਕਦਾ, ਬੁੱਧੀਜੀਵੀ ਲੋਕਾਂ ਨੂੰ ਉਪਦੇਸ਼ ਦੇ ਸਕਦਾ, ਪਰ ਜ਼ਮੀਨੀ ਪੱਧਰ 'ਤੇ ਸਿਧਾਂਤ, ਭਾਵੇਂ ਉਹਨਾਂ ਨੂੰ ਪਤਾ ਹੈਗਾ ਸਿਧਾਂਤ, ਪਰ ਸਿਧਾਂਤ ਨੂੰ ਅਮਲ ਕਿਵੇਂ ਕਰਨਾ, ਇਸ ਗੱਲ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਪੰਜਾਬ 'ਚ ਥੋੜ੍ਹਾ ਬਹੁਤ ਕੁਛ ਸੰਸਥਾਵਾਂ ਨੇ ਇਹੋ ਜਿਹੀਆਂ, ਜਾਂ ਕੁਛ ਵਿਅਕਤੀ ਨੇ ਇਹੋ ਜਿਹੇ ਜਿਨ੍ਹਾਂ ਨੇ ਕੋਈ ਹਰਿਆ ਬੂਟ ਰਹਿ ਵੇਲੇ ਕਿਰਦਾਰ ਨਿਭਾਇਆ, ਅਤੇ ਉਹਨਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਨੇ, ਜਿਹਨਾਂ 'ਚ ਖਾਸ ਤੌਰ 'ਤੇ ਬਾਬੇ ਨੇ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ, ਜਾਂ ਕੁਝ ਹੋਰ ਇਹੋ ਜਿਹੇ, ਜਾਂ ਜਿਹੜੀਆਂ ਸੇਵਾ ਵਾਲੀਆਂ ਸੰਸਥਾਵਾਂ ਨੇ, ਪਿੰਗਲਵਾੜਾ ਨੇ ਭਗਤ ਪੂਰਨ ਸਿੰਘ ਨੇ ਸੰਨ 1950 ਦੇ ਵਿੱਚ
ਵਾਤਾਵਰਣ ਦੀ ਤਬਾਹੀ ਦੇ ਸੰਕੇਤ ਬੜੀ ਗੰਭੀਰਤਾ ਨਾਲ ਦਿੱਤੇ ਸੀਗੇ, ਪਰ ਕਿਸੇ ਨੇ ਅੱਖ ਨਹੀਂ ਭਰੀ। ਬਾਬੇ ਨੂੰ ਇਹ ਕਹਿੰਦੇ ਰਹੇ ਬੜਾ ਬਹੁਤ ਜੀ ਉਹ ਹਿੰਮਤ ਵਾਲਾ ਹੈ, ਬਹੁਤ ਉਹਦੀ ਦੂਜੀ ਤਰ੍ਹਾਂ ਸ਼ਰਧਾ ਭਾਵਨਾ ਨਾਲ ਤਾਂ ਉਹਦਾ ਨਾਂ ਲੈਂਦੇ ਰਹੇ, ਪਰ ਜੋ ਕਹਿੰਦਾ ਸੀ ਕਿਸੇ ਨੇ ਉਹਦੇ 'ਤੇ ਬਿਲਕੁਲ ਧਿਆਨ ਹੀ ਨਹੀਂ ਦਿੱਤਾ, ਤਵੱਜੋ ਨਹੀਂ ਦਿੱਤੀ। ਅਤੇ ਇਹੋ ਕਾਰਨ ਹੈ ਫਿਰ ਹਰਾ ਇਨਕਲਾਬ ਜਿਹਨੂੰ ਪੰਜਾਬ 'ਚ ਕਹਿੰਦੇ ਆ 60ਵੇਂ 70ਵੇਂ ਦੇ ਸ਼ੁਰੂ 'ਚ ਜਿਹੜਾ ਆਇਆ, ਉਹਨੇ ਜਿੰਨੀ ਤਬਾਹੀ ਕੀਤੀ ਆ ਉਹ ਇਨਕਲਾਬ ਥੋੜ੍ਹਾ ਸੀਗਾ। ਇਨਕਲਾਬ ਦੀ ਫੁੱਲ ਝੜੀ ਤਾਂ ਥੋੜ੍ਹੀ ਦੇਰ 'ਚ ਚੱਲ ਪਈ। ਇੰਨੇ ਕਿਸਾਨਾਂ ਦੀਆਂ ਜਿੰਨੀਆਂ ਹੁਣ ਉਹ ਆਪਣੇ ਤੌਰ ਆਤਮ ਹੱਤਿਆਵਾਂ ਕਰਦੇ ਨੇ, ਇੰਨੇ ਮਤਲਬ ਜਿਹੜੇ ਢੰਗ ਨਾਲ ਉਹ ਗੈਰ ਕੁਦਰਤੀ ਮੌਤ 'ਤੇ ਮਰਦੇ ਆ, ਅਤੇ ਕਦੇ ਸੁਣੀ ਨਹੀਂ ਸੀਗੀ, ਕਦੇ ਵੇਖੀ ਨਹੀਂ ਸੀ, ਕਦੇ ਡਿੱਠੀ ਨਹੀਂ ਸੀ। ਅਤੇ ਉਹ ਕੋਈ ਨਾ ਕੋਈ ਵਿਰਲਾ ਵਾਂਝਾ ਹੁੰਦਾ ਸੀਗਾ ਜਿਹੜਾ ਕਿਸੇ ਹੋਰ ਕਾਰਨ ਕਰਕੇ ਇਸ ਸੰਸਾਰ ਤੋਂ ਚੱਲ ਜਾਂਦਾ ਸੀ। ਪਰ ਹੁਣ ਰੋਜ਼ ਜਦੋਂ ਅਖਬਾਰ ਪੜ੍ਹੋ, ਜਦੋਂ ਖਬਰ ਸੁਣੋ, ਜਦੋਂ ਸੋਸ਼ਲ ਮੀਡੀਆ 'ਤੇ ਕੁਛ ਦੇਖੋ, ਕਿੰਨੇ ਹੀ ਬੰਦੇ ਰੋਜ਼ ਸਾਰਿਆਂ ਨੂੰ ਪਹਿਲਾਂ ਧਿਆਨ ਇਸ 'ਤੇ ਜਾਂਦਾ ਅੱਜ ਇੰਨੇ ਬੰਦੇ ਗੈਰ ਕੁਦਰਤੀ ਮੌਤ ਮਰ ਗਿਆ। ਅਤੇ ਮਰੇ ਕਿਉਂ ਨੇ? ਕਿਸੇ ਯੂਨੀਵਰਸਿਟੀ ਨੇ ਵਿਸ਼ਲੇਸ਼ਣ ਨਹੀਂ ਕੀਤਾ, ਕਿਸੇ ਸਰਕਾਰ ਨੇ ਵਿਸ਼ਲੇਸ਼ਣ ਨਹੀਂ ਕੀਤਾ ਉਹਦੇ ਕਾਰਨ ਲੱਭਣ ਦੀ। ਹੁਣ ਜਿੰਨਾ ਚਿਰ ਤੁਸੀਂ ਕਾਰਨ ਨਹੀਂ ਲੱਭਦੇ, ਅਤੇ ਹੁਣ ਜਿੰਨੀਆਂ ਵੀ ਸਮੱਸਿਆਵਾਂ ਨੇ, ਜੇ ਮੈਂ ਬੋਲਾਂ ਤਾਂ ਇਹ ਤਾਂ ਲੰਬਾ ਸਮਾਂ ਬੋਲਿਆ ਜਾ ਸਕਦਾ। ਇਹ ਸਾਰੀਆਂ ਸਮੱਸਿਆਵਾਂ ਦੀ ਜੜ ਬੁਨਿਆਦ ਹੈਗਾ ਵਾਤਾਵਰਣ ਦੀ ਤਬਾਹੀ। ਜੇ ਵਾਤਾਵਰਣ ਨੂੰ ਨਾ ਬਚਾਇਆ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ। ਇਹ ਜਿਵੇਂ ਮੈਂ ਕਿਹਾ ਵੀ ਇਹ ਟ੍ਰੇਲਰ ਹੈ, ਫਿਲਮ ਅਜੇ ਆਉਣੀ ਆ। ਕਰੋਨਾ ਦਾ ਇੱਕ ਬਿਮਾਰੀ ਆ, ਹੁਣ ਕਰੋਨਾ ਦਾ ਜਿਹੜਾ ਜਰਾਸੀਮ ਹੈ, ਜਿਹੜਾ ਉਹਦਾ ਵਿਸ਼ਾਣੂ ਹੈ, ਕਹਿੰਦੇ ਉਹਨੇ ਰੂਪ ਵਟਾ ਲਿਆ ਹੈ। ਇਹ ਜਾਣਕਾਰੀ ਤੋਂ ਸਾਨੂੰ ਕਿ ਉਹਨੇ ਤਾਂ ਰੂਪ ਵਟਾਉਣੇ। ਕੁਦਰਤ ਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਪਹਿਲਾਂ ਸਪਰੇਅ ਕਰਦੇ ਹੁੰਦੇ ਸੀ, ਫਸਲਾਂ ਉਹਨਾਂ ਨਾਲ ਬਚ ਜਾਂਦੀਆਂ ਸੀ। ਜਦੋਂ BT ਕਾਟਨ ਆਏ ਸੀ, ਬੜੀਆਂ ਡਿੰਗਾਂ ਮਾਰੀਆਂ ਅਸੀਂ ਕਿ ਇਹੋ ਜਿਹੀ ਦਵਾਈ ਕੱਢ ਲਈ ਹੈ, ਇਹੋ ਜਿਹਾ ਬੀਜ ਆ ਗਿਆ ਜਿਹਦੇ ਨਾਲ ਕਦੀ ਵੀ ਉਹਨੂੰ ਬਿਮਾਰੀ ਨਹੀਂ ਲੱਗਣੀ, ਅਤੇ ਥੋੜ੍ਹੀ ਦੇਰ ਬਾਅਦ ਉਹ ਬੇਅਸਰ ਹੋ ਗਈ ਹੈ। ਅਤੇ ਉਹ ਜਿਹੜੇ ਜਰਾਸੀਮ ਜਾਂ ਕੀੜ ਮਕੌੜ ਜਿੰਨੇ ਵੀ ਸੀਗੇ ਉਹ ਉਹਨੂੰ ਖਾਣ ਹੀ ਲੱਗ ਪਏ। ਅਤੇ ਕਿਉਂਕਿ ਕੁਦਰਤ ਜਿਹੜੀ ਹੈਗੀ ਆ ਉਹ ਬਹੁਤ ਸਮਰੱਥ ਆ, ਕੁਦਰਤ ਦੇ ਨਾਲ ਮੁਕਾਬਲਾ ਕਰਨਾ ਇਸ ਇਨਸਾਨ ਦੇ ਵੱਸ ਦਾ ਰੋਗ ਨਹੀਂ। ਇਸੇ ਕਰਕੇ ਜਦੋਂ ਗੁਰੂ ਸਾਡਾ ਕਹਿੰਦਾ ਅਨੰਤ ਕੁਦਰਤ ਆ, ਜੇ ਅਸੀਂ ਉਹਦਾ ਸਤਿਕਾਰ ਕਰਾਂਗੇ, ਅਸੀਂ ਉਹਦੇ ਨਾਲ ਕਿਉਂਕਿ ਜਿਹੜਾ ਸ੍ਰਿਸ਼ਟੀ ਤਾਂ ਜਿੰਨੀ ਕੁ ਹੈਗੀ ਸਾਡੇ ਸਾਹਮਣੇ ਧਰਤੀ, ਇਹਨੂੰ ਕਹਿੰਦੇ ਨੇ ਪਿੰਡ ਬਣ ਗਿਆ। ਇਹ ਤਾਂ ਪਿੰਡ ਤੋਂ ਵੀ ਗਾਂਹ, ਇਹ ਤਾਂ ਨਰਕ ਬਣ ਗਿਆ। ਇਹ ਤਾਂ ਇਹੋ ਜਿਹਾ ਮਹੱਲਾ ਬਣਾ ਦਿੱਤਾ। ਹੁਣ ਮੈਂ ਸਾਰੀ ਦੁਨੀਆ 'ਚ ਫਿਰਦਾ ਤੁਰਦਾ ਰਿਹਾ, ਅਮਰੀਕਾ 'ਚ ਵੀ ਦੇਖਿਆ, ਇੰਗਲੈਂਡ 'ਚ ਵੀ, ਯੂਰਪ 'ਚ ਵੀ, ਕੈਨੇਡਾ 'ਚ ਵੀ, ਆਪਣੇ ਮੁਲਕਾਂ 'ਚ ਵੀ। ਅਤੇ ਇੱਥੇ ਜਾ ਕੇ ਦੇਖਿਆ ਵੀ ਜਿਹਨੂੰ ਵਿਕਾਸ ਦਾ ਨਾਂ ਦਿੱਤਾ ਜਾਂਦਾ ਸੀ, ਅਸਲ 'ਚ ਇਹ ਵਿਕਾਸ ਨਹੀਂ ਗਾ, ਇਹ ਵਿਨਾਸ਼ ਆ। ਇਸ ਰਾਹ ਤੋਂ ਜੇ ਨਾ ਮਤਲਬ ਹਟੇ ਅਸੀਂ, ਜੇ ਨਾ ਸੋਚੇ, ਨਾ ਸੰਭਲੇ, ਅਤੇ ਫਿਰ ਪਰਮਾਤਮਾ ਕੌਣ ਹੁੰਦਾ? ਆਖਰਕਾਰ ਇਹ ਹੁੰਦਾ ਨਾ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਜੇ ਅਸੀਂ ਸਵੈ ਵਿਸ਼ਲੇਸ਼ਣ ਕਰਾਂਗੇ, ਸਵੈ ਵਿਸ਼ਲੇਸ਼ਣ ਕਰਕੇ ਕਾਰਨ ਲੱਭਾਂਗੇ, ਕਾਰਨ ਲੱਭ ਕੇ ਹੱਲ ਕੌਣ ਕਰੂਗਾ? ਮਿਲ ਜੁਲ ਕੇ। ਇਹਦੇ ਨਤੀਜੇ ਨਿਕਲੇ ਨੇ ਜਦੋਂ ਮਿਲ ਜੁਲ ਕੇ ਲੋਕਾਂ ਨੇ ਉਪਰਾਲੇ ਕੀਤੇ ਨੇ। ਜਦੋਂ ਪੀਪਲਜ਼ ਮਾਡਲ ਆਫ ਡਿਵੈਲਪਮੈਂਟ ਅੰਗਰੇਜ਼ੀ ਜਿਹਨੂੰ ਕਹਿੰਦੇ ਨੇ, ਲੋਕਾਂ ਨੇ ਇਹੋ ਜਿਹੇ ਵਿਕਾਸ ਦੇ ਨਮੂਨੇ ਸਿਰਜੇ ਨੇ ਜਿਹੜੇ ਲੋਕਾਂ ਵਾਸਤੇ ਲਾਹੇਵੰਦ ਨੇ, ਲੋਕਾਂ ਵਾਸਤੇ ਫਾਇਦੇਮੰਦ ਨੇ, ਜਿਹੜੇ ਵਾਤਾਵਰਣ ਨੂੰ ਬਚਾਉਂਦੇ ਨੇ, ਜਿਹੜੇ ਤੁਹਾਡੀ ਸਿਹਤ ਨੂੰ ਬਰਕਰਾਰ ਰੱਖਦੇ ਨੇ ਜਾਂ ਵਧਾਉਂਦੇ ਨੇ, ਅੱਗੇ ਕਰਦੇ ਆ। ਜੇ ਉਹਦੇ 'ਚ ਮੁਨਾਫੇਖੋਰੀ ਆ ਗਈ, ਜੇ ਉਹਦੇ 'ਚ ਉਹੀ ਕੰਪਨੀਆਂ ਆ ਗਈਆਂ, ਜੇ ਉਹ 'ਚ ਸਰਕਾਰਾਂ ਡੰਗ ਟਪਾਊ ਆ ਗਈਆਂ, ਅਤੇ ਫਿਰ ਤਾਂ ਰੱਬ ਹੀ ਭਲਾ, ਫਿਰ ਕੁਛ ਨਹੀਂ ਕਿਹਾ ਜਾ ਸਕਦਾ। ਸੋ ਅੰਤ ਵਿੱਚ ਮੇਰੀ ਤੁਹਾਡੇ ਚੈਨਲ ਰਾਹੀਂ, ਕਿਉਂਕਿ ਇਹ ਬਹੁਤ ਹੀ ਅਹਿਮ ਮੁੱਦਾ ਹੈ, ਤੁਸੀਂ ਜਿਹੜੀ ਮੈਂ ਆਪਣੇ ਵੱਲੋਂ ਅਪੀਲ ਕਰਦਾ, ਵਾਤਾਵਰਣ ਦੇ ਨਾਲ ਮੈਨੂੰ ਜੂਝਦੇ ਨੂੰ ਤਕਰੀਬਨ 50 ਸਾਲ ਹੋ ਗਏ ਨੇ। 50 ਸਾਲ ਪਹਿਲਾਂ ਜਦੋਂ ਮੈਂ ਆਪਣੇ ਘਰ ਦੇ ਵਿੱਚ ਵੀ ਗੱਲ ਕਰਨੀ ਵੀ ਇਹ ਜਿਹੜੀ ਹੁੰਦੇ ਨੇ ਕੋਲਡ ਡਰਿੰਕਸ, ਇਹ ਖਤਰਨਾਕ ਨੇ, ਇਹ ਜਿਹੜੀਆਂ ਨਵੀਆਂ ਚੀਜ਼ਾਂ ਨੇ ਡੱਬੇ ਬੰਦ, ਇਹ ਖਤਰਨਾਕ ਨੇ, ਜਿਨ੍ਹਾਂ 'ਚ ਰੰਗ ਪਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਸਵਾਦ ਵਾਸਤੇ, ਸਵਾਦਿਸ਼ਟ ਬਣਾਉਣ ਵਾਸਤੇ ਕੁਛ ਪਾਇਆ ਹੋਇਆ, ਉਹ ਸਾਰਾ ਬਣਾਉਟੀ ਹੈ, ਮਸਨੂਈ ਆ, ਔਰ ਰਸਾਇਣਿਕ ਹੈ, ਉਹ ਸਿਹਤ ਵਾਸਤੇ ਹਾਨੀਕਾਰਕ ਹੈ। ਉਹ ਘਰ ਦੇ ਵੀ ਨਹੀਂ ਸੀ ਸੁਣਦੇ, ਦੂਜੇ ਨੂੰ ਤਾਂ ਕਿੱਥੋਂ ਸੁਣਨਾ ਸੀਗਾ। ਅਤੇ ਹੁਣ ਜਦੋਂ ਆਉਂਦਾ ਕਦੇ ਕਦੇ ਮੈਨੂੰ ਇਹ ਗੱਲ ਚਲੋ ਭੈੜੀ ਹੈ ਕਹਿਣ ਦੇ ਵਿੱਚ ਲੱਗਦੀ, ਮੈਂ ਆਪਣੇ ਅੱਖੀਂ ਦੇਖ ਰਿਹਾ ਵੀ ਜਿਹੜੀਆਂ ਅੱਜ ਤੋਂ 40-50 ਸਾਲ ਪਹਿਲਾਂ ਅਸੀਂ ਸੋਚਦੇ ਸੀਗੇ ਇੰਝ ਹੋਊਗਾ, ਉਹ ਤਾਂ ਹੋ ਰਿਹਾ। ਅਤੇ ਉਹ ਹੋਣ ਦੇ ਨਾਲ ਨਾਲ ਪਰ ਅਫਸੋਸ ਇਸ ਗੱਲ ਦਾ ਵੀ ਮਨੁੱਖ ਨੇ ਇੰਨੀ ਵਿਦਿਅਕ ਕਹਿੰਦੇ ਇੰਨੀ ਤਰੱਕੀ ਬੜੀ ਹੋ ਗਈ ਆ, ਸਾਰੇ ਜਣੇ ਪੜ੍ਹ ਗਿਆ। ਜੇ ਪੜ੍ਹ ਕੇ ਅਕਲ ਆਉਣੀ ਹੁੰਦੀ ਅਤੇ ਹੁਣ ਤੱਕ ਤਾਂ ਅਕਲ ਆ ਜਾਣੀ ਸੀਗੀ। ਹੁਣ ਪੜ੍ਹ ਕੇ ਠੱਗੀਆਂ ਮਾਰਨ ਦੀ ਜਾਂਚ, ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਣ ਦੀ ਜਾਂਚ, ਉਹ ਜ਼ਰੂਰ ਉਹਨਾਂ ਨੇ ਸਿੱਖ ਲਈ ਹੈ। ਨਵੀਂ ਡਿਜੀਟਲ ਟੈਕਨੋਲੋਜੀ ਆ ਗਈ। ਹੁਣ ਡਿਜੀਟਲ ਟੈਕਨੋਲੋਜੀ ਦੀ ਜਿੰਨੀ ਕੁਵਰਤੋਂ ਦੁਰਵਰਤੋਂ ਹੋ ਰਹੀ ਆ, ਇੰਨੀ ਤਾਂ ਕਦੀ ਵੀ ਨਹੀਂ ਸੀ ਹੋਈ ਇਤਿਹਾਸ ਦੇ ਵਿੱਚ। ਅਤੇ ਇਹਦੇ ਰਾਹੀਂ ਲੋਕਾਂ ਨੂੰ ਹੋਰ ਲੁੱਟਿਆ ਜਾ ਰਿਹਾ ਹੈ। ਲੋਕਾਂ ਨੂੰ ਜਿਹੜੇ ਕੁੱਟਣ ਵਾਲੇ ਨੂੰ ਕੁੱਟਦੇ ਰਹੇ ਨੇ, ਅਤੇ ਵਾਤਾਵਰਣ ਵੱਲ ਕਿਸੇ ਦਾ ਧਿਆਨ ਨਹੀਂ। ਸੋ ਆਪਾਂ ਰਲ ਮਿਲ ਕੇ ਜਿਹੜੇ ਆਪਾਂ ਜੇ ਮੈਂ ਪਹਿਲਾਂ ਗੱਲ ਕੀਤੀ ਆ
ਵੀ ਆਪਾਂ ਨੇ ਜੀਣਾ ਹੁੰਦਾ, ਅਸੀਂ ਲੋਕ ਆ, ਆਮ ਲੋਕ ਆ, ਸਾਡਾ ਭਾਈਚਾਰਕ ਸਾਂਝਾ ਨੇ। ਕੋਈ ਧਰਮ ਹੋਵੇ, ਕੋਈ ਜਾਤ ਹੋਵੇ, ਕੋਈ ਇਲਾਕਾ ਹੋਵੇ, ਕੋਈ ਵੀ ਕਿਸੇ ਕਿਸਮ ਦੇ ਵੀ ਹੋਈਏ, ਕਿ ਸਰਬੱਤ ਦੇ ਵਿੱਚ ਅਸੀਂ ਇਕੱਲੇ ਮਨੁੱਖ ਹੀ ਨਹੀਂ, ਅਸੀਂ ਪੰਛੀਆਂ ਦਾ ਵੀ ਭਲਾ, ਅਸੀਂ ਰੁੱਖਾਂ ਦਾ ਵੀ ਭਲਾ, ਦਰਿਆਵਾਂ ਦਾ ਵੀ ਭਲਾ, ਪਹਾੜਾਂ ਦਾ ਵੀ ਭਲਾ, ਅਤੇ ਹਰ ਚੀਜ਼ ਦਾ ਭਲਾ ਤਾਂ ਹੀ ਹੋਊਗਾ, ਉਹਦੇ ਵਿੱਚ ਹੀ ਸਾਡਾ ਭਲਾ ਲੁਕਿਆ ਹੋਇਆ। ਜੇ ਅਸੀਂ ਉਹਨਾਂ ਨੂੰ ਬਚਾਵਾਂਗੇ, ਜੇ ਅਸੀਂ ਉਹਨਾਂ ਦੀ ਹਿਫਾਜ਼ਤ ਕਰਾਂਗੇ, ਜੇ ਅਸੀਂ ਆਪਣੀ ਸੋਚ ਨੂੰ ਕਾਇਮ ਰੱਖਾਂਗੇ, ਇਹਨੂੰ ਬਰਕਰਾਰ ਰੱਖਦੇ ਹੋਏ ਅੱਗੇ ਵਧਾਂਗੇ। ਮੈਨੂੰ ਲੱਗਦਾ ਹੈ ਅਤੇ ਇਹਦੇ ਨਾਲ ਜੇ ਕਿਸੇ ਦੇ ਪੱਲੇ ਪੈ ਜੇ ਕੋਈ ਗੱਲ, ਅਤੇ ਮੇਰੀ ਵੀ ਖੁਸ਼ਕਿਸਮਤੀ ਆ, ਚੈਨਲ ਦਾ ਵੀ ਮੈਂ ਧੰਨਵਾਦੀ ਹਾਂ। ਉਹਨਾਂ ਨੇ ਅਜਿਹੇ ਮੁੱਦੇ ਨੂੰ ਜਿਹਦੇ ਤੋਂ ਪੈਸੇ ਨਹੀਂ ਆਉਣੇ ਬਹੁਤੇ, ਕਿਉਂਕਿ ਬਹੁਤਾ ਤਾਂ ਜਿੰਨੀ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਵੀ ਬਹੁਤ ਜ਼ਿਆਦਾ ਤਰੱਕੀ ਹੋਈ ਆ, ਉਹਦੇ ਵਿੱਚ ਸਾਰਿਆਂ ਨੂੰ ਪਹਿਲਾਂ ਤਾਂ ਉਹ ਦੇਖਦੇ ਨੇ ਵੀ ਉਹਨੂੰ ਇਸ਼ਤਿਹਾਰ ਵਜੇ ਕਿੱਥੋਂ ਆਉਂਦੀ ਆ, ਉਹਦੀ ਫੰਡਿੰਗ ਕਿੱਥੋਂ ਹੁੰਦੀ ਆ। ਅਤੇ ਤੁਸੀਂ ਇਹ ਪਰਉਪਕਾਰੀ ਕਾਰਜ ਆ ਜੇ ਤੁਸੀਂ ਕਰ ਰਹੇ ਹੋ, ਮੈਂ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਵਾਤਾਵਰਨ ਦੀ ਤਬਾਹੀ ਹੋ ਰਹੀ ਹੈ ਅਤੇ ਹਜੇ ਵੀ ਮਨੁੱਖ ਮਰ ਰਿਹਾ ਵਾ, ਆਕਸੀਜਨ ਮਿਲ ਨਹੀਂ ਰਹੀ, ਅਤੇ ਫਿਰ ਵੀ ਜਿਹੜਾ ਵਾਤਾਵਰਨ ਦਾ ਮੁੱਦਾ ਉਹਦੇ ਵੱਲ ਸਰਕਾਰਾਂ ਜਿਹੜਾ ਧਿਆਨ ਨਹੀਂ ਦੇ ਸਕੀਆਂ। ਸੋ ਆਓ ਸਾਰੇ ਰਲ ਮਿਲ ਕੇ ਆਪਾਂ ਸਰਕਾਰਾਂ ਨੂੰ ਵੀ ਮਜਬੂਰ ਕਰੀਏ ਅਤੇ ਜਿਹੜਾ ਵਾਤਾਵਰਨ ਦਾ ਮੁੱਦਾ ਉਸ ਨੂੰ ਅਹਿਮ ਮਤਲਬ ਮੰਨਦੇ ਹੋਏ ਇਸ ਨੂੰ ਜਿਹੜਾ ਸੁਧਾਰਨ ਵਾਸਤੇ ਅੱਗੇ ਆਈਏ। ਸੋ ਸਾਨੂੰ ਦੇ ਇੱਥੇ ਆ ਗਿਆ, ਦੇਖਦੇ ਰਹਿਣਾ DTV NRI। ਸਤਿ ਸ਼੍ਰੀ ਅਕਾਲ।